ਸਤਨਾਮ ਵਾਹਿਗੁਰੂ ਜੀਓ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਪਾਲਿਆ ਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਧਰੋ। ਮਹਾਰਾਜ ਜੀ ਦੇ ਗੁਣ ਗਾਈਏ, ਵਿਚਾਰੀਏ। ਸਤਿਗੁਰੂ ਜੀ ਕਿਹੜੇ ਰਾਹਾਂ 'ਤੇ ਸਿੱਖ ਨੂੰ ਤੋਰਨਾ ਚਾਹੁੰਦੇ, ਤੋਰ ਕੇ ਗਏ ਅਤੇ ਜਗਤ ਨੂੰ ਹਮੇਸ਼ਾ ਉਹਨਾਂ ਦੇ ਉਪਦੇਸ਼ ਤੋਰਦੇ ਰਹਿਣਗੇ। ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਵਿਚਾਰ ਇੱਥੇ ਛੱਡੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਮਹਾਰਾਜ ਜੀ ਬਾਬੇ ਬਕਾਲਾ ਸਾਹਿਬ ਜਦੋਂ ਪ੍ਰਗਟ ਹੋਏ, ਬੇਸ਼ੁਮਾਰ ਗੁਰੂ ਕੀਆਂ ਸੰਗਤਾਂ ਇੱਕਦਮ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚੀਆਂ। ਜੋ ਕੋਈ ਇੱਛਾ ਲੈ ਕੇ ਆਉਂਦਾ ਸਤਿਗੁਰੂ ਪੂਰੀਆਂ ਕਰ ਰਹੇ ਹਨ, ਪਰ ਧੀਰ ਮਲ ਉਸ ਦੇ ਅੰਦਰ ਈਰਖਾ ਦਵੈਸ਼ ਬਲ ਰਹੀ ਹੈ। ਕਿਉਂਕਿ ਗੁਰੂ ਕੇ ਪਿਆਰਿਓ, ਇਹ ਧੀਰ ਮਲ ਵੀ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਹਨ। ਸਤਿਗੁਰੂ ਗੁਰੂ ਕਾ ਰਾਏ ਸਾਹਿਬ ਦੇ ਭਰਾਤਾ ਜੀ ਨੇ ਅੰਦਰ ਈਰਖਾ ਹੋਣ ਕਾਰਨ ਗੁਰੂ ਤੇਗ ਬਹਾਦਰ ਸਾਹਿਬ 'ਤੇ ਕਹਿ ਕੇ ਸ਼ੀਏ ਕੋਲ ਗੋਲੀ ਚਲਵਾਈ। ਜਦੋਂ ਗੋਲੀ ਛੋਕ ਕੇ ਲੰਘ ਗਈ, ਸਿੱਖ ਸੰਗਤਾਂ ਭੱਜ ਕੇ ਆਈਆਂ। ਉਹ ਭੱਜ ਗਏ, ਪਿੱਛੇ ਹਟ ਗਏ ਹਮਲਾ ਕਰਨ ਵਾਲੇ। ਪਰ ਸਤਿਗੁਰੂ ਜੀ ਜਾਣਦੇ ਸੀ ਇਹ ਕੌਣ ਕਰਵਾ ਰਿਹਾ। ਬਚਨ ਕੀਤਾ, ਭਲੇ ਧੀਰ ਮਲ ਜੀ, ਭਲੇ ਧੀਰ ਮਲ ਧੀਰ। ਬਹੁਤ ਵਾਰ ਬਚਨ ਬੋਲੇ, ਸ੍ਰੀ ਪੁੱਤ ਗੁਣੀ ਗਹੀਰ। ਸਤਿਗੁਰੂ ਜੀ ਨੇ ਭਲਾ ਮੰਗਿਆ। ਇਹ ਸਤਿਗੁਰਾਂ ਦੀ ਵਡਿਆਈ ਹੈ। ਗੁਰੂ ਕੇ ਪਿਆਰਿਓ, ਸਤਿਗੁਰੂ ਦਾ ਘਰ ਹਮੇਸ਼ਾ ਮੰਗੇ ਗਏ ਜਗਤ ਦਾ ਭਲਾ। ਭਲਿਆਂ ਦਾ ਵੀ ਭਲਾ ਮੰਗੇਗਾ, ਬੁਰਿਆਂ ਦਾ ਵੀ ਭਲਾ ਹੀ ਮੰਗੇਗਾ। ਮੰਗੇ ਗਏ ਨਹੀਂ ਭਲਾ ਕਰਨ ਲਈ, ਬਹੁਤ ਵੱਡੀਆਂ ਕੀਮਤਾਂ ਵੀ ਤਾਰੇਗਾ। ਸਤਿਗੁਰਾਂ ਨੇ ਤਾਰ ਕੇ ਵਿਖਾਈਆਂ, ਤਾਂ ਹੀ ਬਾਅਦ ਵਿੱਚ ਗੁਰੂ ਕਿਆਂ ਸਿੱਖਾਂ ਨੇ ਵੀ ਹਜ਼ਾਰਾਂ ਲੱਖਾਂ ਜਾਨਾਂ ਕੁਰਬਾਨ ਕਰਕੇ ਵੀ ਉਹਨਾਂ ਲੋਕਾਂ ਦਾ ਵੀ ਭਲਾ ਕੀਤਾ, ਜਿਹੜੇ ਲੋਕ ਸਦਾ ਹੀ ਸਿੱਖੀ ਦੇ ਦੁਸ਼ਮਣ ਬਣ ਕੇ ਰਹੇ, ਇਹਨਾਂ ਨੂੰ ਖਤਮ ਕਰਨ ਦੀ ਸੋਚਦੇ ਰਹੇ। ਤੋਂ ਸਭ ਤੋਂ ਪਹਿਲਾਂ ਵਿਚਾਰ ਵਿੱਚ ਇਹ ਲਿਆਓ, ਸਾਹਿਬਾਂ ਦਾ ਘਰ ਹੈ। ਇਸ ਘਰ ਅੰਦਰ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਇੱਥੇ ਕਦੇ ਕਿਸੇ ਦਾ ਬੁਰਾ ਸੋਚਿਆ ਹੀ ਨਹੀਂ ਜਾਂਦਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਬੱਚਾ ਗਲਤੀਆਂ ਹਜ਼ਾਰਾਂ ਕਰੇ, ਬਾਪ ਫਿਰ ਵੀ ਉਹਨੂੰ ਬਖਸ਼ ਕੇ ਆਪਣੇ ਗਲੇ ਲਗਾਉਂਦਾ ਹੈ। ਉਸਤਾਦ ਦੇ ਸਾਹਮਣੇ ਵਿਦਿਆਰਥੀ ਬਾਰ-ਬਾਰ ਭੁੱਲਾਂ ਕਰਦਾ, ਉਹਦੀਆਂ ਭੁੱਲਾਂ ਵੇਖ ਕੇ ਉਹਨੂੰ ਕੱਢਿਆ ਨਹੀਂ ਜਾਂਦਾ, ਸਗੋਂ ਉਸਤਾਦ ਉਹਨੂੰ ਹਰ ਵਾਰ ਸੁਮੱਤ ਦੇ ਕੇ ਫਿਰ ਉਸ ਨੂੰ ਉੱਥੇ ਬਿਠਾਉਂਦਾ, ਕਲਾਸ ਵਿੱਚ ਗਲੇ ਲਗਾਉਂਦਾ ਹੈ, ਮੱਤ ਦੇ ਕੇ ਉਹਨੂੰ ਸਿਆਣਾ ਬਣਾਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਕਿਰਪਾ ਕੀਤੀ, ਆਪਣੀ ਰਚਨਾ ਤੋਂ ਕੁਛ ਨਾ ਬੋਲਦੇ, ਨਹੀਂ ਭਲਾ ਕੀਤਾ ਭਲਾ। ਕਿਉਂਕਿ ਜੋ ਸਤਿਗੁਰੂ ਦੇ ਮੁਖ ਤੋਂ ਬਚਨ ਨਿਕਲ ਜਾਂਦਾ, ਭਈ ਧੀਰ ਮੱਲਾ ਤੇਰਾ ਬੇੜਾ ਗਰਕ, ਜਾਂ ਕੁਛ ਵੀ ਬਚਨ ਨਿਕਲਦਾ, ਇੱਕਦਮ ਧੀਰ ਮੱਲ ਦਾ ਨੁਕਸਾਨ ਹੋਣਾ ਸੀ। ਇਹਨੂੰ ਸਮਝਣਾ ਜਰਾ। ਮਹਾਂਪੁਰਖਾਂ ਦੀਆਂ ਸੰਗਤਾਂ, ਰੱਬ ਦੇ ਪਿਆਰਿਆਂ ਦੀਆਂ ਸੰਗਤ, ਉਹਦੇ 'ਚੋਂ ਹੀ ਇਹ ਗਿਆਨ ਮਿਲਦਾ ਏ ਭਈ ਰੱਬ
ਸਤਿਗੁਰੂ ਤੇ ਉਹਦੇ ਨਾਲ ਜੁੜੀ ਹੋਈ ਆਤਮਾ ਜਦੋਂ ਉਹਨਾਂ ਦੇ ਰਾਹੀਂ ਕਿਸੇ ਦਾ ਭਾਵੇਂ ਉਹਨਾਂ 'ਤੇ ਕਿੰਨਾ ਧੱਕਾ ਵੀ ਹੋਵੇ, ਪਰ ਜਦੋਂ ਉਹਦੀ ਸਜ਼ਾ ਮਿਲਦੀ ਹੈ ਰੱਬ ਵੱਲੋਂ, ਤਾਂ ਉਹਦਾ ਦੁੱਖ ਉਹ ਵੀ ਮਹਿਸੂਸ ਕਰਦੇ ਨੇ ਵੀ ਇਹ ਕਿਉਂ ਉਸ ਨੂੰ ਸਜ਼ਾ ਮਿਲੀ। ਉਹਨਾਂ ਨੂੰ ਫਿਕਰ ਹੈ। ਇੱਕ ਨਿੱਕੀ ਜਿਹੀ ਗੱਲ ਇਹਨੂੰ ਸਮਝਣ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਵਿੱਚੋਂ ਹੀ ਭਾਈ ਕਨ੍ਹਈਆ ਜੀ ਨੂੰ ਰੰਗ ਲੱਗੇ ਸੀ, ਬ੍ਰਹਮ ਗਿਆਨੀ ਬਣੇ, ਕਿਵੇਂ ਅੰਦਰ ਦਵੈਸ਼ ਮੁੱਕ ਗਈ, ਸਭਨਾਂ 'ਚ ਉਹਨਾਂ ਨੇ ਰੱਬ ਨੂੰ ਵੇਖਿਆ। ਪਰ ਉਹ ਭਾਈ ਕਨ੍ਹਈਆ ਜੀ ਜਦੋਂ ਅਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਤੱਕ ਪਹੁੰਚਣਾ ਸੀ, ਉਹਦੇ ਤੋਂ ਪਹਿਲਾਂ ਗੁਰੂ ਦੇ ਪਿਆਰੇ ਭਾਈ ਨਨੂਆ ਦੀ ਸੰਗਤ ਵਿੱਚ ਰਹਿ ਕੇ ਬਹੁਤ ਕਮਾਈਆਂ ਕਰ ਚੁੱਕੇ ਸਨ। ਅੰਦਰ ਸੀ ਜਿਹੜਾ ਉਹਨਾਂ ਦਾ ਪਵਿੱਤਰ ਹੋ ਰਿਹਾ ਸੀ। ਇੱਕ ਨਗਰ ਗਏ, ਉਹਨਾਂ ਨੇ ਕਈ ਦਿਨਾਂ ਤੋਂ ਕੁਝ ਛਕਣ ਨੂੰ ਨਹੀਂ ਸੀ ਮਿਲਿਆ। ਜਦੋਂ ਭਾਈ ਕਨ੍ਹਈਆ ਜੀ ਉੱਥੇ ਪਹੁੰਚਦੇ ਨੇ, ਇੱਕ ਨਗਰ ਸ਼ਾਮ ਦਾ ਵਕਤ ਸੀ। ਪਤਾ ਕੀਤਾ ਕੋਈ ਧਰਮਸਾਲ ਹੈ, ਜਿਵੇਂ ਅੱਜ ਕੱਲ੍ਹ ਅਸੀਂ ਗੁਰਦੁਆਰਾ ਸਾਹਿਬ ਜਾਂ ਗੁਰੂ ਘਰ ਕਹਿੰਦੇ ਹਾਂ। ਉਹ ਗੁਰੂ ਘਰ ਧਰਮਸ਼ਾਲਾ ਗਏ। ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ, ਜੀ ਮੈਂ ਕਈ ਦਿਨਾਂ ਦਾ ਭੁੱਖਾ ਵਾਂ, ਮੈਂ ਅੱਜ ਇੱਥੇ ਰਾਤ ਕੱਟਣੀ ਚਾਹੁੰਦਾ ਅਤੇ ਪ੍ਰਸ਼ਾਦਾ ਵੀ ਚਾਹੁੰਦਾ, ਮੈਨੂੰ ਮਿਲੇ ਤਾਂ ਬਹੁਤ ਮਿਹਰਬਾਨੀ। ਅੱਗੋਂ ਦਾ ਸੁਭਾਅ ਚੰਗਾ ਨਹੀਂ ਸੀ, ਮਾੜਾ ਸੀ, ਕੌੜਾ ਸੀ, ਗਿਆਨਵਾਨ ਨਹੀਂ ਸੀ। ਉਸ ਨੇ ਅੱਗੋਂ ਬੁਰਾ ਭਲਾ ਕਿਹਾ ਅਤੇ ਕਹਿਣ ਲੱਗੇ, ਇੱਥੇ ਮੈਂ ਤੁਹਾਡੇ ਲਈ ਰੋਟੀਆਂ ਲੈ ਕੇ ਬੈਠਾ ਵਾਂ, ਜਾਓ ਇੱਥੋਂ ਚਲੇ ਜਾਓ। ਉਹਨਾਂ ਨੇ ਬੇਨਤੀ ਕੀਤੀ, ਜੀ ਗੁੱਸੇ ਵਿੱਚ ਨਾ ਆਓ, ਮੈਂ ਧਰਮਸ਼ਾਲਾ ਆਇਆ, ਕਿਸੇ ਇਨਸਾਨ ਦੇ ਘਰ ਨਹੀਂ, ਇਹ ਰੱਬ ਦਾ ਘਰ ਹੈ, ਨਿਰੰਕਾਰ ਦਾ ਘਰ ਹੈ, ਉਹਦੇ ਨਾਮ ਥੱਲੇ ਬਣਿਆ ਹੈ, ਸੰਗਤਾਂ ਦੀ ਸੇਵਾ ਆਉਂਦੀ, ਕਿਰਪਾ ਕਰੋ। ਉਹ ਨਹੀਂ, ਉਹਨੇ ਸ਼ਾਮ ਪਈ ਸੀ, ਕਹਿਣ ਲੱਗਾ ਜੇ ਤੇ ਚਲੇ ਜਾਓਗੇ ਬਹੁਤ ਚੰਗਾ, ਨਹੀਂ ਤੇ ਮੈਂ ਤੁਹਾਨੂੰ ਧੱਕੇ ਮਾਰ ਕੇ ਕੱਢਾਂਗਾ, ਦਰਵਾਜ਼ਾ ਬੰਦ ਕਰਨਾ, ਮੈਂ ਆਰਾਮ ਕਰਨਾ ਜਾਣਾ, ਤੁਸੀਂ ਚੱਲੋ। ਉਹਨਾਂ ਚਿਰ ਹੋਰ ਵੀ 2-4 ਆਦਮੀ ਇਕੱਠੇ ਹੋ ਗਏ। ਭਾਈ ਕਨ੍ਹਈਆ ਜੀ ਨੂੰ ਬੇਨਤੀ ਕਰਨ, ਚਲੋ ਰਾਤ ਨਾ ਰੱਖੋ, ਪ੍ਰਸ਼ਾਦ ਨਾ ਛਕਾਓ, ਕੇਵਲ ਪਾਣੀ ਦੇ 2 ਘੁੱਟ ਪਿਲਾ ਦਿਓ। ਕੋਲ ਸੱਜਣ ਸੀ ਖੜੇ, ਉਹ ਕਹਿਣ ਲੱਗੇ, ਭਾਈ ਸਾਹਿਬ ਪ੍ਰਸ਼ਾਦਾ ਨਹੀਂ ਮਿਲ ਰਿਹਾ, ਰਾਤ ਟਿਕਾਣਾ ਨਹੀਂ, ਪਾਣੀ ਕਿਉਂ ਉਹਦੇ ਕੋਲੋਂ ਮੰਗ ਰਹੇ ਹੋ? ਪਾਣੀ ਤੁਸੀਂ ਖੁਦ ਵੀ ਕਿਧਰੋਂ ਪੀ ਸਕਦੇ ਹੋ, ਸਾਡੇ ਨਾਲ ਚੱਲੋ, ਅਸੀਂ ਪਿਲਾਵਾਂਗੇ। ਕਹਿਣ ਲੱਗੇ, ਨਹੀਂ ਕਹਾਣੀ ਕੋਈ ਹੋਰ ਹੈ ਸੱਜਣੋ, ਤੁਹਾਨੂੰ ਪਤਾ ਨਹੀਂ, ਪਾਣੀ ਇਹਨਾਂ ਦੇ ਹੱਥੋਂ ਪੀਣਾ ਚਾਹੁੰਦਾ ਵਾਂ। ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਜੇ ਇਸ ਨੇ ਪਾਣੀ ਵੀ ਨਾ ਪਿਲਾਇਆ, ਇਹਨੇ ਰੱਬ ਦੇ ਪਿਆਰੇ ਦਾ ਨਿਰਾਦਰ ਕੀਤਾ ਹੈ, ਰੱਬ ਨੇ ਨਾਰਾਜ਼ ਹੋ ਜਾਣਾ ਹੈ। ਉਹਦੀ ਜਦੋਂ ਨਾਰਾਜ਼ਗੀ ਹੋਵੇ, ਉਹਦੇ ਬਦਲੇ ਇਹਦੇ ਮਾੜੇ ਕਰਮਾਂ ਨੇ ਦੁੱਖ ਬਣ ਕੇ ਇਹਨੂੰ ਦੁਖੀ ਕਰਨਾ ਹੈ। ਜਦੋਂ ਇਹ ਦੁਖੀ ਹੋਏਗਾ, ਸਾਡੇ ਅੰਦਰ ਆਏਗਾ, ਸਾਡੇ ਕਰਕੇ ਇਸ ਨੂੰ ਸਜ਼ਾ ਮਿਲੇ, ਸਾਡੇ ਕਰਕੇ ਤੇ ਕਿਸੇ ਦੀਆਂ ਸਜ਼ਾ ਬਖਸ਼ੀਆਂ ਜਾਣੀਆਂ ਚਾਹੀਦੀਆਂ ਸਨ। ਜੇ ਸਾਡੇ ਕਰਕੇ ਕਿਸੇ ਨੂੰ ਦੁੱਖ ਮਿਲ ਗਿਆ, ਭਾਵੇਂ ਉਹਦੀ ਆਪਣੀ ਗਲਤੀ, ਇਹ ਸਾਡੇ ਅੰਦਰ ਨੂੰ ਬਹੁਤ ਮਹਿਸੂਸ ਹੋਏਗਾ। ਅਸੀਂ ਚਾਹੁੰਦੇ 2 ਘੁੱਟ ਪਾਣੀ ਦੀ ਪਿਲਾ ਦੇਗਾ ਨਾ, ਰੱਬ ਨਾਰਾਜ਼ ਨਹੀਂ ਹੋਏਗਾ, ਅੰਦਰੋਂ ਨਿਕਲੇਗਾ, ਚਲੋ ਪ੍ਰਸ਼ਾਦ ਨਹੀਂ ਤੇ ਪਾਣੀ ਤੇ ਪਿਲਾਇਆ। ਜਿਹੜਾ ਉਹ ਸਾਹਮਣੇ ਬੈਠਾ ਆਦਮੀ ਜਿਹੜਾ ਨਾ ਕਰ ਰਿਹਾ, ਉਹਨੂੰ ਨਹੀਂ ਗੱਲਾਂ ਦਾ ਪਤਾ, ਪਰ ਜਿਸ ਨੂੰ ਨਾ ਹੋ ਰਹੀ, ਜਿਹਦਾ ਨਿਰਾਦਰ ਹੋ ਰਿਹਾ, ਜਿਹਦੇ ਨਾਲ ਕੌੜੇ ਬੋਲ ਬੋਲੇ ਜਾ ਰਹੇ ਹਨ, ਉਹਦਾ ਵੀ ਭਲਾ ਕਿੱਥੋਂ ਤੱਕ ਸੋਚ ਰਿਹਾ ਹੈ ਵੀ ਇਹਨੂੰ ਸਜ਼ਾ ਨਾ ਮਿਲੇ। ਪਰ ਆਮ ਤੇ ਸੋਚ ਇੱਥੇ ਖਲੋਤੀ ਹੈ ਨਾ, ਜਿਹੜਾ ਸਾਡਾ ਵਿਰੋਧ ਕਰੇ ਉਹਨੂੰ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਵਾਰ ਸੱਜਣ ਕੁਝ ਇਕੱਠੇ ਹੋਏ, ਇਸੇ ਹੀ ਸ਼ਹਿਰ ਦੇ ਅੰਦਰ ਸਵਾਲ ਜਵਾਬ ਕਰ ਰਹੇ ਸਨ, ਪਿਆਰ ਨਾਲ ਸੀ ਭਾਵੇਂ। ਕਹਿਣ ਲੱਗੇ, ਜਿਤਨੇ ਵੀ ਪੰਥ ਦੇ ਅੰਦਰ, ਉਹਨਾਂ ਦਾ ਇਸ਼ਾਰਾ ਸੀ ਕੁਝ ਪ੍ਰਬੰਧ ਵੱਲ, ਕੁਝ ਹੋਰ ਲੋਕਾਂ ਵੱਲ। ਕਹਿਣ ਲੱਗੇ ਵੀ ਰੱਬ ਇਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਵੇ ਨਾ, ਤਾਂ ਇਹਨਾਂ ਦੀਆਂ ਅੱਖਾਂ ਖੁੱਲ੍ਹਣਗੀਆਂ। ਸੁਭਾਵਿਕ ਹੀ ਅੰਦਰ ਆ ਪਿਆਰਿਓ, ਐਸਾ ਵੀ ਤਾਂ ਹੋ ਸਕਦਾ ਹੈ ਭਈ ਅਸੀਂ ਇਹ ਅਰਦਾਸ ਕਰੀਏ ਵੀ ਮਹਾਰਾਜ ਉਹਨਾਂ ਨੂੰ ਸੁਮੱਤ ਬਖਸ਼ ਦੇ, ਉਹ ਜਿਹੜੀ ਭੁੱਲ ਕਰ ਰਹੇ ਨੇ ਉਹ ਭੁੱਲ ਹੀ ਨਾ ਕਰਨ, ਮਹਾਰਾਜ ਉਹਨਾਂ ਦੀਆਂ ਭੁੱਲਾਂ ਬਖਸ਼ ਦੇ। ਇਹ ਵੀ ਤਾਂ ਹੋ ਸਕਦਾ ਹੈ ਨਾ, ਅਸੀਂ ਕਿਉਂ ਬੁਰਾ ਮੰਗੀਏ?
ਜੋ ਕੋਈ ਕਰਮ ਕਰ ਰਿਹਾ ਉਹਦੀ ਸਜ਼ਾ ਮਿਲਣੀ ਜਾਂ ਉਸ ਦੇ ਬਦਲੇ ਬਖਸ਼ਿਸ਼, ਇਹ ਨਿਰੰਕਾਰ ਦਾ ਕਰਮ ਹੈ। ਦੂਸਰੇ ਲਈ ਨਾ ਕੁਛ ਆਖੀਏ, ਆਪਣੇ ਵਾਸਤੇ ਆਖੀ ਸਾਥੋਂ ਭਲਾਉ ਇਹ ਵੱਧ ਤੋਂ ਵੱਧ, ਸਾਥੋਂ ਨਾ ਕਿਸੇ ਦਾ ਬੁਰਾ ਖੋਵੇ। ਹਾਂ, ਦੁਨੀਆ ਬੁਰਾ ਕਰ ਰਹੀ ਹੈ, ਇਹ ਉਹ ਜਾਣੇ ਉਹਨੂੰ ਇਹ ਵਾਰਾ ਖਾਂਦਾ ਹੈ ਕਿ ਨਹੀਂ, ਕਿਉਂਕਿ ਕਿਸੇ ਰੱਬ ਦੇ ਪਿਆਰੇ ਦਾ ਦਿਲ ਦੁਖਣਾ, ਰੱਬ ਦਾ ਦਿਲ ਦੁਖਦਾ ਹੈ, ਉਹਦੇ ਨਾਲ ਸਜ਼ਾਵਾਂ ਬੜੀਆਂ ਵੱਡੀਆਂ ਵੱਡੀਆਂ ਮਿਲਦੀਆਂ। ਫਕੀਰ ਸੀ ਇੱਕ, ਹੱਡ ਬੀਤੀ ਕਿਸੇ ਸੱਜਣ ਨੇ ਕੁਝ ਸਾਲ ਪਹਿਲਾਂ ਦੀ ਗੱਲ ਹੈ ਉਹ ਦਰਸਾਈ। ਉਹਨਾਂ ਦਾ ਬੱਚਾ ਘਰ ਜਨਮਿਆ, ਉਸ ਨੂੰ ਜਦੋਂ ਖੋਜ ਸੰਭਾਲੀ ਤੇ ਉਹ ਠੀਕ ਨਹੀਂ ਸੀ, ਜਾਂ ਬੋਲੀ ਜਾਣਾ ਉਸਨੇ, ਉਹਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਨਹੀਂ ਹੈ। ਜਵਾਨ ਹੋ ਗਿਆ 18-19 ਸਾਲ ਦਾ, ਕੋਈ ਦਵਾ ਦਾਰੂ ਨਹੀਂ ਛੱਡੀ, ਕੋਈ ਆਰਾਮ ਨਹੀਂ। ਕਿਸੇ ਨੇ ਕਿਹਾ ਸਿਆਣਿਆਂ ਕੋਲ ਲੈ ਜਾਓ, ਉਹ ਵੀ ਯਤਨ ਫੇਲ। ਮਹਾਤਮਾ ਕੋਲ ਲੈ ਕੇ ਗਏ, ਗੁਰੂ ਨਾਨਕ ਸਾਹਿਬ ਦੇ ਘਰਦਿਆਂ ਕੋਲ, ਉੱਥੇ ਵੀ ਕੁਝ ਪਾਠ ਪੂਜਾ ਕਰਵਾਏ, ਅਰਦਾਸਾਂ, ਪਰ ਨਹੀਂ ਕਦਰੂ ਆਰਾਮ ਆਇਆ। ਜਦੋਂ ਪੂਰਨ ਫਕੀਰ ਕੋਲ ਗਏ, ਉੱਥੇ ਜਾ ਕੇ ਬਿਨਤੀ ਕੀਤੀ, ਜੀ ਅਸੀਂ ਦਿਨ ਰਾਤ ਹੁਣ ਪਾਠ ਵੀ ਕਰ ਰਹੇ ਹਾਂ, ਬੱਚਾ ਜਵਾਨ ਖੋ ਗਿਆ, ਇਹਦੀ ਕਿਰਿਆ ਵੀ ਸਾਨੂੰ ਆਪ ਕਰਾਉਣੀ ਪੈਂਦੀ, ਸਾਂਭਣਾ ਪੈਂਦਾ, ਕਿਤੇ ਬੋਲਦਾ ਬਹੁਤ ਤੇ ਤਕੜਾ ਬੜਾ ਹੈ, ਹੱਥੀਂ ਵੀ ਪੈਂਦਾ ਏ, ਕੀ ਕਰੀਏ, ਬਹੁਤ ਦੁਖੀ ਹਾਂ, ਮਾਪੇ ਹਾਂ ਅਸੀਂ, ਸਾਡਾ ਪੁੱਤਰ ਏ। ਮਹਾਂਪੁਰਖ ਅੱਗੋਂ ਕਹਿਣ ਲੱਗੇ, ਸੱਜਣੋ ਇਹਨੇ ਠੀਕ ਨਹੀਂ ਖੋਣਾ, ਅਜੇ 2 ਜਨਮ ਹੋਰ। ਕਹਿਣ ਲੱਗੇ ਇਹਦੇ ਕੋਲੋਂ ਬਹੁਤ ਵੱਡੀ ਭੁੱਲ ਹੋਈ ਏ, ਕਿਸੇ ਰੱਬ ਦੇ ਬਖਸ਼ੇ ਹੋਏ ਮਹਾਤਮਾ ਸਾਧੂ ਦੀ ਨਿੰਦਾ ਇਹਦੇ ਕੋਲੋਂ ਬਹੁਤ ਹੋ ਗਈ, ਉਹਦੀ ਸਜ਼ਾ ਮਿਲੀ ਏ। ਨਿਰੰਕਾਰ ਨੇ ਉਹ ਸਜ਼ਾ ਦਿੱਤੀ ਏ, ਪਰ ਅੱਜ ਤੋਂ ਬਾਅਦ ਜੋ ਤੁਸੀਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ ਹੋ, ਇਹ ਬੋਲੇਗਾ ਨਹੀਂ। ਇਹਦੇ ਕੋਲ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਲਾਓ, ਜਿਹਨੂੰ ਸੁਣਾਓ। ਉਸ ਦਿਨ ਤੋਂ ਬਾਅਦ ਉਹ ਸ਼ਾਂਤ ਹੋਇਆ। ਪਰ ਸਾਡੇ ਵਰਗਿਆਂ ਨੂੰ ਸ਼ਰਮ ਮਿਲਦਾ ਵੀ ਕਿਵੇਂ ਨਿੰਦਾ ਕਰਨੀ ਤੇ ਸੌਖੀ ਹੈ, ਬੁਰਾ ਭਲਾ ਕਹਿਣਾ ਵੀ ਬੜਾ ਸੌਖਾ ਹੈ, ਪਰ ਜਦੋਂ ਫਲ ਭੁਗਤਣੇ ਪੈਂਦੇ ਨੇ ਉਦੋਂ ਬਹੁਤ ਔਖਾ ਹੈ। ਰੱਬ ਕਿਸੇ ਨੂੰ ਨਾ ਤੋਰੇ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਵਿਚਾਰ ਰਹੇ ਸਾਂ, ਉਹ ਭਲਾ ਮੰਗ ਰਹੇ ਨੇ। ਉਹ ਨਹੀਂ ਚਾਹੁੰਦੇ ਧੀਰ ਮਲ ਦਾ ਬੁਰਾ ਹੋਵੇ, ਸ਼ੀਂਹ ਦਾ ਬੁਰਾ ਹੋਵੇ, ਜਾਂ ਕਿਸੇ ਹੋਰ ਇਹਨਾਂ ਦੇ ਸੰਗੀਆਂ ਸਾਥੀਆਂ ਦਾ। ਅੱਜ ਭੁੱਲ ਵਿੱਚ ਨੇ, ਕੱਲ੍ਹ ਨੂੰ ਭੁੱਲ ਦੂਰ ਖੋ ਜਾਏਗੀ। ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ। ਗੁਰੂ ਕੇ ਪਿਆਰੇ, ਜਦੋਂ ਸਿੱਖ ਸੰਗਤਾਂ ਨੇ ਪੁੱਛਿਆ, ਗਰੀਬ ਨਵਾਜ ਪਿਤਾ ਮਹਾਰਾਜ, ਤੁਸਾਂ ਨੇ ਉਹਨੂੰ ਸਜ਼ਾ ਨਹੀਂ, ਕਹਿਣ ਲੱਗੇ ਖਿਮਾ ਕਰਨੀ ਚਾਹੀਦੀ ਏ। ਤੁਸੀਂ ਜਾਣਦੇ ਹੋ, ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਬਚਨ ਹੈ, ਜਿਸ ਬੰਦੇ ਦੇ ਅੰਦਰ ਰੱਬੀ ਗਿਆਨ ਪੈਦਾ ਹੋ ਗਿਆ ਹੈ, ਉਹੀ ਧਰਮੀ ਅਖਵਾ ਸਕਦਾ ਹੈ। ਜਿੱਥੇ ਰੱਬੀ ਗਿਆਨ ਹੈ ਉੱਥੇ ਧਰਮ ਹੈ। ਜਿੱਥੇ ਝੂਠ ਹੈ, ਬਾਹਰੋਂ ਕੁਝ ਹੋਰ ਅੰਦਰੋਂ ਕੁਝ ਹੋਰ, ਉਹ ਬੰਦਾ ਪਾਪ ਹੀ ਵੱਧ ਤੋਂ ਵੱਧ ਕਮਾਏਗਾ। ਜਿੱਥੇ ਲਾਲਚ ਹੈ ਉੱਥੇ ਉਹ ਆਪਣੀ ਮੌਤ ਆਪ ਸਖੇੜ ਰਿਹਾ ਹੈ। ਆਤਮਕ ਮੌਤੇ ਮਰ ਗਿਆ, ਮਾੜੇ ਕਰਮ ਕਰੇਗਾ, ਖੁਰੇ ਕਿੰਨੇ ਕੁ ਜਨਮ ਲੈਣੇ ਪੈਣਗੇ। ਸਤਿਗੁਰੂ ਜੀ ਨੇ 3 ਬਚਨ ਕਹਿ ਕੇ ਨਾ ਚੌਥਾ ਕੀਤਾ। ਕਹਿੰਦੇ ਜਿੱਥੇ ਰੱਬੀ ਗਿਆਨ ਹੈ ਉਹ ਬੰਦਾ ਧਰਮ ਦੇ ਕਰਮ ਕਰੇਗਾ, ਜਿੱਥੇ ਝੂਠ ਹੈ ਉਹ ਪਾਪ ਕਰੇਗਾ, ਤਾਂ ਕਿ ਇਹ ਝੂਠ ਨੂੰ ਛਿਪਾ ਕੇ ਲੋਕਾਂ ਨੂੰ ਸੱਚ ਬਣਾ ਕੇ ਦੱਸਿਆ ਜਾਵੇ। ਜਿੱਥੇ ਲਾਲਚ ਹੈ ਉੱਥੇ ਆਤਮਕ ਮੌਤ ਹੈ। ਜਿੱਥੇ ਤੁਹਾਡੇ ਅੰਦਰ ਖਿਮਾ ਕਰਨ ਦਾ ਗੁਣ ਆ ਜਾਵੇਗਾ ਨਾ, ਉੱਥੇ ਖੁਦ ਪਰਮੇਸ਼ਰ ਆਪ ਆ ਕੇ ਵਰਤਦਾ ਹੈ। ਸਤਿਗੁਰਾਂ ਦੇ ਬਚਨ ਨੇ। ਸਾਹਿਬ ਕਹਿੰਦੇ, ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਉੱਥੇ ਰੱਬ ਆਪ ਵਰਤਦਾ ਹੈ। ਅਸੀਂ ਆਪਣੇ ਵੱਲ ਵੇਖਣਾ ਵੀ ਸਾਨੂੰ ਕੀ ਸਿੱਖਿਆ ਮਿਲ ਰਹੀ ਹੈ। ਜਦੋਂ ਆਪਾਂ ਖਿਮਾ ਕਰਦੇ ਹਾਂ, ਖਿਮਾ ਕਰਨ ਨਾਲ ਕੀ ਮਿਲਦਾ ਏ। ਬਹੁਤ ਪਿਆਰੇ ਬਚਨ ਨੇ ਕਵੀ ਸੰਤੋਖ ਸਿੰਘ ਸਾਹਿਬ ਉਹਨਾਂ ਨੇ ਲਿਖੇ ਨੇ, ਕਰਨੀ ਖਿਮਾ ਮਹਾ ਤਪ ਜਾਣ। ਜਦੋਂ ਕਿਸੇ ਨੂੰ ਖਿਮਾ ਕਰੋਗੇ, ਜਿਹੜਾ ਕਿਸੇ ਨੂੰ ਬਹੁਤ ਵੱਡਾ ਤਪ ਕਰਕੇ ਫਲ ਮਿਲਦਾ ਹੈ, ਉਹ ਨਿਰੰਕਾਰ
ਕਿਸੇ ਨੂੰ ਖਿਮਾ ਕਰੋਗੇ ਤੁਹਾਡੀ ਝੋਲੀ ਉਹਨੇ ਤਪ ਦਾ ਫਲ ਤੁਹਾਡੀ ਝੋਲੀ ਪਾਣਗੇ। ਛਿਮਾ ਕਰਨ ਕੀ ਦੈਬੋ ਦਾਨ, ਜਿਵੇਂ ਕੋ ਬਹੁਤ ਦਾਨ ਕਰੇ ਤੇ ਉਹਨੂੰ ਫਲ ਮਿਲਦਾ ਹੈ, ਤੁਸੀਂ ਖਿਮਾ ਕਰੋ ਉਹਨਾਂ ਫਲ ਤੁਹਾਨੂੰ ਇਹਦੇ ਨਾਲ ਹੀ ਮਿਲ ਜਾਏਗਾ। ਛਿਮਾ ਸਕਲ ਤੀਰਥ ਇਸ਼ਨਾਨ, ਬੰਦਾ ਕੰਨੇ ਤੀਰਥਾਂ ਦਾ ਇਸ਼ਨਾਨ ਕਰਦਾ ਹੈ, ਉਹ ਮਹਾਤਮ ਵੀ ਕਿਸੇ ਨੂੰ ਖਿਮਾ ਕਰਨ ਵਿੱਚ ਹੀ ਮਿਲੇਗਾ। ਛਿਮਾ ਕਰਤ ਨਰ ਕੀ ਕਲਿਆਣ, ਜਦੋਂ ਅਸੀਂ ਖਿਮਾ ਕਿਸੇ ਨੂੰ ਕਰਾਂਗੇ ਤੇ ਇਹਦੇ ਨਾਲ ਸਾਡੀ ਕਲਿਆਣ ਹੈ। ਛਿਮਾ ਸਮਾਨ ਆਨ ਗੁਣ ਨਾਹੀਂ, ਇਹਦੇ ਵਰਗਾ ਗੁਣ ਕੋਈ ਨਹੀਂ ਵੱਡਾ। ਇਸ ਲਈ ਜਾਂ ਤੇ ਛਿਮਾ ਧਰੋ ਮਨ ਮਾਹੀ, ਅੰਦਰ ਖਿਮਾ ਰੱਖੋ। ਪਰ ਔਖਾ ਹੈ, ਮਨ ਕਹਿੰਦਾ ਸਜ਼ਾ, ਸਤਿਗੁਰੂ ਜੀ ਕਹਿੰਦੇ ਖਿਮਾ ਕਰੋ। ਖਿਮਾ ਕਰਨ ਦੇ ਨਾਲ ਗੁਰੂ ਕੇ ਪਿਆਰਿਓ ਸਾਡੀ ਝੋਲੀ ਭਰਦੀ ਏ। ਹਾਂ, ਜਦੋਂ ਗੁਣ ਪੱਲੇ ਹੋਏਗਾ, ਜਦੋਂ ਕੋਈ ਜ਼ਾਲਮ ਜ਼ੁਲਮ ਕਰੇਗਾ ਤੇ ਤੁਹਾਡੇ ਅੰਦਰ ਕ੍ਰੋਧ ਨਹੀਂ ਵੀ ਰਸ ਹੋਏਗਾ। ਤੁਹਾਡਾ ਨਿਸ਼ਾਨਾ ਬੰਦੇ ਮਾਰਨੇ ਨਹੀਂ, ਮਰਦੇ ਬੰਦਿਆਂ ਨੂੰ ਬਚਾਉਣ ਲਈ ਤੁਹਾਡੀ ਤੇਗ ਚੱਲੇਗੀ, ਸ਼ਸਤਰ ਚੱਲੇਗਾ। ਤੁਹਾਡਾ ਕੋਈ ਦੁਸ਼ਮਣ ਤੁਸੀਂ ਨਹੀਂ, ਤੁਸੀਂ ਵੀ ਦੁਸ਼ਮਣ ਨੂੰ ਵੀ ਸੁਧਾਰਨਾ ਚਾਹੋਗੇ। ਤੁਸੀਂ ਇਹਦੀ ਉਦਾਹਰਨ ਵੇਖ ਸਕਦੇ ਹੋ। ਮਹਾਰਾਜਾ ਰਣਜੀਤ ਸਿੰਘ ਜਿਸ ਇਲਾਕੇ ਨੂੰ ਜਿੱਤਦੇ, ਜਿਹੜੇ ਵੀ ਉੱਥੋਂ ਦੇ ਹਾਕਮ ਹੁੰਦੇ, ਉਹਨੂੰ ਖਾਲਸਾ ਰਾਜ ਦੇ ਅਧੀਨ ਬਣਾ ਕੇ ਕਹਿੰਦੇ ਕਾਨੂੰਨ ਚੱਲੇਗਾ ਖਾਲਸਾ ਰਾਜ ਲਾਹੌਰ ਦਾ, ਪਰ ਹਾਕਮ ਤੁਹਾਨੂੰ ਹੀ ਉੱਥੋਂ ਦਾ ਬਣਾਉਣੇ ਦਾ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਨਿਸ਼ਾਨਾ ਕਿਸੇ ਕੋਲੋਂ ਪਦਵੀਆਂ ਖੋਣ ਦਾ ਨਹੀਂ। ਪਦਵੀਆਂ 'ਤੇ ਬੈਠੇ ਹੋ ਲੋਕ ਜਿਹੜੇ ਜ਼ੁਲਮ ਕਰਦੇ, ਮਾੜੀ ਬਿਰਤੀ ਨੂੰ ਦੂਰ ਕਰਨਾ ਹੈ। ਸਿੱਖ ਦੇ ਕੋਲ ਜਦੋਂ ਸ਼ਸਤਰ ਆਏਗਾ, ਸਿੱਖ ਦੇ ਕੋਲ ਜਦੋਂ ਦੁਸ਼ਮਣ ਇਹੋ ਜਿਹਾ ਕਾਰਾ ਕਰਦਾ ਸਾਹਮਣੇ ਆਏ, ਉਹਦੇ ਹੱਥ ਨਹੀਂ ਜੋੜਦਾ, ਉਹਦਾ ਟਾਕਰਾ ਕਰਦਾ, ਪਰ ਇਹਦਾ ਨਿਸ਼ਾਨਾ ਕਲੀਅਰ ਹੋਏਗਾ, ਸਪਸ਼ਟ ਹੋਏਗਾ। ਇਹਨਾਂ ਗੱਲਾਂ ਨੂੰ ਬਰੀਕੀ ਨਾਲ ਵਿਚਾਰਨਾ ਚਾਹੀਦਾ ਹੈ। ਛੇਤੀ ਕਾਹਲੇ ਪੈ ਕੇ ਆਪਣੇ ਸੁਭਾਅ ਨੂੰ ਨਾ ਤਿਆਗੀਏ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਰਬੇ ਕੋ ਤਰਾਸ ਦੇ, ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਖੁਐ ਤਕਤ ਹੈ। ਇੱਕ ਚੋਰ, ਉਹਨੂੰ ਪਤਾ ਦੂਸਰੇ ਚੋਰਾਂ ਨੂੰ ਚੋਰੀ ਕਰਦਿਆਂ ਕਿੰਨੀ ਸਜ਼ਾ ਮਿਲੀ, ਉਹ ਫਿਰ ਵੀ ਚੋਰੀ ਕਰਨ ਦਾ ਸੁਭਾਅ ਛੱਡਦਾ ਨਹੀਂ ਹੈ। ਕਹਿੰਦੇ ਜਿਹੜੇ ਠੱਗੀਆਂ ਕਰਦੇ ਨੇ ਉਹ ਆਪਣੇ ਸੰਗੀਆਂ ਸਾਥੀਆਂ ਨਾਲ ਹੀ ਕਰੀ ਜਾਂਦੇ ਨੇ। ਪਤਾ ਹੈ ਵੀ ਕਿੰਨਾ ਮਾੜਾ ਸਮਝਿਆ ਜਾਏਗਾ, ਉਹਦੇ ਨਾਲ ਸ਼ਰਮਿੰਦਗੀ ਆਏਗੀ, ਪਰ ਨਹੀਂ ਸੰਗਦੇ, ਫਿਰ ਵੀ ਉਹ ਠੱਗੀਆਂ ਕਰਦੇ ਨੇ। ਵੇਸਵਾ ਰਤ ਬਿਰਥਾ ਪੈ ਮਨ ਮੇ ਨ ਸ਼ੰਕਾ ਮਾਨੇ, ਜਿਹੜੇ ਵੇਸਵਾਗਾਮੀ ਨੇ ਉਹਨਾਂ ਦੇ ਸਾਹਮਣੇ ਕਿੰਨੀ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ, ਪਰ ਕੋਈ ਸ਼ੰਕਾ ਨਹੀਂ ਕਰਦੇ, ਫਿਰ ਵੀ ਮਾੜੇ ਕਰਮ ਵਾਸ਼ਨਾ ਅਧੀਨ ਹੋ ਕੇ ਕਰੀ ਜਾ ਰਹੇ ਨੇ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਿਵੇਂ ਬੇਸਵਾ ਰਤ ਬਿਰਥਾ ਪੈ ਮਨ ਇਨ ਸ਼ੰਕਾ ਮਾਨੇ, ਜੁਆਰੀ ਨਾ ਸਰਬਸ ਖਾਰੇ ਤਖਤ ਹੈ। ਜੁਆ ਖੇਡਣ ਵਾਲੇ ਪੈਸਾ ਕਾਰੋਬਾਰ ਸਾਰਾ ਕੁਝ ਲੁਟਾ ਬੈਠਦੇ, ਫਿਰ ਵੀ ਉਹ ਜੂਏ ਦਾ ਸੁਭਾਅ ਨਹੀਂ ਛੱਡਦੇ। ਕਹਿੰਦੇ ਅਮਲੀ ਅਮਲ ਨਾ ਤਜਤ ਜਿਉਂ ਤਿਕਾਰ ਕੀਏ, ਅਮਲ ਖਾਣ ਵਾਲਿਆਂ ਨੂੰ ਕਿੰਨੀ ਤਰਕਾਰਾਂ ਪੈਂਦੀਆਂ ਨੇ, ਬਾਲ ਬੱਚੇ ਘਰ ਵਾਲੀ ਸਭ, ਪਰ ਉਹ ਫਿਰ ਵੀ ਅਮਲ ਖਾਣਾ ਛੱਡਦੇ ਨੇ। ਤੇ ਭਾਈ ਸਾਹਿਬ ਕਹਿੰਦੇ ਅਦਮ ਅਸਾਧ ਸੰਗ ਛਾੜ ਨਤਨਾ ਅੰਗੀਕਾਰ, ਕਹਿੰਦੇ ਇਹ ਨੀਚ ਬਿਰਤੀ ਵਾਲੇ ਲੋਕ ਆਪਣਾ ਨੀਵਾਂ ਸੁਭਾਅ ਨਹੀਂ ਛੱਡਦੇ, ਤੇ ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤੇ। ਗੁਰੂ ਦਾ ਸਿੱਖ ਫਿਰ ਸਾਧ ਸੰਗਤ ਜਿਹੜੇ ਗੁਣ ਮਿਲਦੇ ਉਹਨਾਂ ਨੂੰ ਕਿਉਂ ਛੱਡ ਬੈਠਦਾ ਹੈ। ਅੰਦਰ ਖਿਮਾ ਦਾ ਗੁਣ ਆਵੇ, ਅੰਦਰ ਗੁਰੂ ਕੇ ਪਿਆਰਿਓ ਸਾਡੇ ਪਿਆਰ ਖੋਵੇ, ਆਮ ਸੰਸਾਰ ਦਾ ਵੀ ਭਲਾ। ਸਤਿਗੁਰੂ ਜੀ ਤੇ ਇੱਥੋਂ ਤੱਕ ਆਖਦੇ ਨੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਕਹਿੰਦੇ ਤੇਰੇ ਦੇਹ ਨੂੰ ਰੋਗ ਨਹੀਂ ਕੁਛ ਲੱਗੇਗਾ, ਸਭੋ ਕੋਈ ਤੇਰੀ ਝੋਲੀ ਪਏਗਾ ਜੇ ਬੁਰੇ ਦਾ ਵੀ ਭਲਾ ਕਰੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਕਿਰਪਾ ਕੀਤੀ ਗੁਰੂ ਕੇ ਪਿਆਰਿਓ ਸਾਡੇ ਉੱਪਰ, ਸਾਨੂੰ ਜਾਚ ਦੱਸੀਏ ਭਈ ਉਹ ਜਿਹੜਾ ਗੋਲੀ ਚਲਾ ਰਹੇ ਉਹਦਾ ਵੀ ਭਲਾ ਮੰਗੋ, ਭਲਾ ਹੀ ਨਾ ਮੰਗੋ ਉਹਨੂੰ ਖਿਮਾ ਕਰ ਦਿਓ। ਜਦੋਂ ਨਾ ਸਤਿਗੁਰੂ ਜੀ ਮਿਹਰ ਕਰਕੇ ਗਏ,
ਮੱਖਣ ਸ਼ਾਹ ਨੇ ਕੀ ਕੀਤਾ ਸੀ, ਹਮਲਾ ਕਰਕੇ ਜਿਨ੍ਹਾਂ ਸਤਿਗੁਰੂ ਦੀਆਂ ਸੰਗਤਾਂ ਨੇ ਭੇਟਾ ਦਿੱਤੀ ਸਾਰੀ ਉਹ ਚੁੱਕ ਕੇ ਲੈ ਗਏ ਸੀ। ਮੱਖਣ ਸ਼ਾਹ ਨੂੰ ਪਤਾ ਲੱਗਾ, ਨਾਲ ਬੰਦੇ ਲੈ ਹਮਲਾ ਕਰ ਦਿੱਤਾ। ਸਾਰਾ ਮਾਲ ਮੱਤਾ ਵੀ ਵਾਪਸ ਲਿਆਂਦਾ, ਜੋ ਗੁਰੂ ਘਰੋਂ ਮਾਲ ਗਿਆ ਸੀ ਉਹ ਵੀ ਲਿਆਂਦਾ। ਤੀਰ ਮਲ ਨੂੰ ਪਕੜ ਕੇ ਜਦੋਂ ਤੋਰ ਕੇ ਨਾਲ ਲਿਆਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਖਿਮਾ ਕਰੋ, ਇਹਨਾਂ ਨੂੰ ਇਸੇ ਤਰ੍ਹਾਂ ਛੱਡ ਦਿਓ। ਆ ਜਿਤਨਾ ਪੈਸਾ ਟਕਾ ਇੱਥੋਂ ਲੈ ਗਏ ਤੁਸੀਂ ਵਾਪਸ ਲਿਆਏ, ਇਹ ਸਾਰੇ ਦਾ ਸਾਰਾ ਹੀ ਇਹ ਤੁਸੀਂ ਵਾਪਸ ਧੀਰ ਮਲ ਨੂੰ ਦੇ ਦਿਓ। ਕਮਾਲ ਦੀ ਗੱਲ, ਉਹ ਪੈਸਾ ਟਕਾ ਜੋ ਸੀ ਭੇਟਾ ਉਹ ਵੀ ਚੁਕਾਈ, ਧੀਰ ਮਲ ਨੂੰ ਵੀ ਛੱਡਿਆ। ਧੀਰ ਮਲ ਦੀ ਅੱਖ ਖੁੱਲੀ। ਸਮਰੱਥ ਗੁਰੂ ਦੇ ਇਹੀ ਗੁਣ ਨੇ। ਕਿਸੇ ਨੇ ਕਿਹਾ, ਗਰੀਬ ਨਵਾਜ, ਇਹ ਪੈਸਾ ਟਕਾ ਸੰਗਤ ਦੀ ਭੇਟਾ ਆਈ ਏ, ਇਹ ਪੈਸਾ ਸਾਰੇ ਲੁੱਟ ਕੇ ਲੈ ਗਏ। ਸਾਹਿਬ ਦਾ ਬਚਨ ਸੀ, ਦਰਬ ਕੇ ਕਾਰਨੇ ਨੇ ਦੁਕਾਨ ਪਾਈ। ਅਸੀਂ ਕੋਈ ਪੈਸਾ ਇਕੱਠਾ ਕਰਨ ਦੀ ਦੁਕਾਨ ਨਹੀਂ ਪਾਈ ਹੋਈ, ਸਾਨੂੰ ਕਿਸੇ ਦੁਕਾਨ ਦੀ ਚਾਬੀ ਨਹੀਂ, ਨਿਰੰਕਾਰ ਨੇ ਦਰਗਾਹ ਦੀਆਂ ਚਾਬੀਆਂ ਦਿੱਤੀਆਂ ਨੇ। ਇਹ ਘਰ ਦੇ ਅੰਦਰ ਦਰਗਾਹ ਦੀਆਂ ਚਾਬੀਆਂ ਹੋਣ ਕਾਰਨ ਜਿੰਨਾ ਕੋਈ ਇੱਥੋਂ ਲਿਜਾਣਾ ਚਾਹੁੰਦਾ ਲੈ ਕੇ ਜਾਏ। ਇਹ ਤਾਂ ਘਰ ਦਾ ਖਜ਼ਾਨਾ ਕਦੇ ਮੁੱਕਣਾ ਨਹੀਂ। ਸ਼ਾਇਦ ਗੁਰੂ ਕਲਗੀਆਂ ਵਾਲੇ ਪਿਤਾ ਨੇ ਤਾਂ ਹੀ ਬਚਨ ਕਹੇ ਨੇ, ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਤਾਇ, ਸਭ ਥਾਈ ਖੋਏ ਸਹਾਇ। ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਨਾਲ ਸਿਮਰੋ, ਤੁਹਾਡੇ ਘਰ ਨੌ ਨਿਧੀਆਂ ਸਿੱਧੀਆਂ ਦੌੜ ਕੇ ਆਉਣਗੀਆਂ ਤੇ ਸਭ ਥਾਈ ਸਤਿਗੁਰੂ ਜੀ ਸਖਾਈ ਖੋਣਗੇ। ਤੋ ਗੁਰੂ ਕੇ ਪਿਆਰਿਓ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਇਸ ਤਰ੍ਹਾਂ ਈਰਖਾ ਦੀ ਅੱਗ ਦੇ ਵੀ ਅਸੀਂ ਵੇਖਦੇ ਕਿਵੇਂ ਬਲਦੀ, ਲਾਲਚ ਕੀ ਕੁਝ ਕਰਵਾਉਂਦਾ ਏ। ਦੂਸਰੇ ਪਾਸੇ ਖਿਮਾ ਕਿਹਨੂੰ ਕਹਿੰਦੇ, ਭਲਾ ਮੰਗਿਆ ਜਾਂਦਾ ਏ, ਉਹ ਭਲਾ ਕਰਨ ਦੀ ਅੱਤ ਹੈ, ਉਹਦੇ ਵੀ ਸਾਨੂੰ ਦਰਸ਼ਨ ਖੁੰਦੇ ਨੇ। ਤੋ ਆਪਾਂ ਚੋਣ ਕਿਹਦੀ ਕਰਨੀ, ਭਲੇ ਪਾਸੇ ਦੀ, ਜੋ ਸਾਨੂੰ ਸਤਿਗੁਰਾਂ ਨੇ ਮਿਹਰ ਕਰਕੇ ਦੱਸਿਆ ਹੈ। ਪਰ ਇਹ ਕਿਵੇਂ ਹੋਏਗਾ, ਇਹਦਾ ਇੱਕੋ ਇੱਕ ਤਰੀਕਾ ਹੈ ਗੁਰੂ ਕੇ ਪਿਆਰਿਓ, ਜੇ ਸੋਚ ਕੇ ਤੁਰਾਂਗੇ, ਸੋਚਾਂ ਨਾਲ ਨਹੀਂ ਇਹ ਕਦੇ ਗੁਣ ਪੈਦਾ ਹੁੰਦੇ। ਇਹਦੇ ਲਈ ਸਿਮਰਨ, ਇਹਦੇ ਲਈ ਸੰਗਤ ਦੀ ਸੇਵਾ, ਇਹਦੇ ਲਈ ਅਰਦਾਸਾਂ ਬੇਨਤੀਆਂ ਖੋਣ, ਇਹ ਤਾਂ ਕਿਧਰੇ ਗੁਣ ਆਉਂਦੇ ਨੇ। ਬੜੇ ਪਿਆਰੀ ਨਾ ਸਵਾਲ ਜਵਾਬ ਕੀਤੇ ਨੇ ਨਾ ਸਲੋਕਾਂ ਅੰਦਰ, ਸਤਿਗੁਰਾਂ ਨੇ ਕੀਤਾ ਆਪ ਹੀ ਸਵਾਲ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀ ਆਮੰਤ, ਕਵਣ ਸੋ ਵੇਸੋ ਖੌਂਕਰੀ, ਜਿਤ ਵਸ ਆਵੇ ਕੰਤ। ਹੇ ਮੇਰੇ ਮਾਲਕ, ਮੈਂ ਤੈਨੂੰ ਮਿਲਣਾ ਚਾਹੁੰਦਾ, ਮੈਂ ਕਿਹੜਾ ਅੱਖਰ ਪੜ੍ਹਾਂ, ਕਿਹੜਾ ਗੁਣ ਧਾਰਨ ਕਰਾਂ, ਕਿਹੋ ਜਿਹੇ ਕੱਪੜੇ ਪਾਵਾਂ, ਕਿਹੜਾ ਮੰਤਰ ਪੜ੍ਹਾਂ ਤਾਂ ਕਿ ਰੱਬ ਮੇਰੇ ਵੱਸ ਵਿੱਚ ਆ ਜਾਏ। ਤੇ ਸਤਿਗੁਰੂ ਜੀ ਨੇ ਆਪ ਹੀ ਕਿਰਪਾ ਕਰਕੇ 3 ਗੁਣ ਦੱਸੇ ਸੀ। ਸਭ ਤੋਂ ਪਹਿਲਾਂ ਗੁਣ ਹੀ ਇਹ ਦੱਸਿਆ ਨੇ, ਕਹਿੰਦੇ ਨਿਮਣ ਸੋ ਅੱਖਰ ਖਵਣ ਗੁਣ, ਕਹਿੰਦੇ ਇੱਕ ਨਿਮਰਤਾ ਗਰੀਬੀ ਖੋਵੇ, ਦੂਸਰਾ ਖਵਣ ਖਿਮਾ ਕਰਨ ਦਾ ਗੁਣ ਪੱਲੇ ਹੋਵੇ। ਸਤਿਗੁਰਾਂ ਦੇ ਬਚਨ ਜੀ, ਨਿਮਣ ਸੋ ਅੱਖਰ ਖਵਣ ਗੁਣ, ਜੇ ਬਾਮਣੀਆਂ ਮੰਤ। ਜ਼ੁਬਾਨ ਤੇ ਅਕਾਲ ਪੁਰਖ ਦੇ ਨਾਮ ਦਾ ਮੰਤਰ ਹੋਵੇ, ਇਹ ਤ੍ਰੈ ਪਹਿਣੇ ਵੇਸ ਕਰ, ਤਾਂ ਵਸ ਆਵੀ ਕੰਤ। ਇਹ ਤਿੰਨੇ ਵੇਸ ਕੀਤਾ ਜਾਣ ਤਾਂ ਉਹ ਕੰਤ ਨੇ ਵਸ ਵਿੱਚ ਆਉਣਾ ਹੈ। ਔਖਾ ਹੀ, ਪਰ ਔਖੇ ਨੂੰ ਔਖਾ ਸਮਝ ਕੇ ਛੱਡਾਂਗੇ ਤੇ ਕਦੇ ਮੰਜ਼ਿਲ ਵੀ ਨਹੀਂ ਮਿਲੇਗੀ। ਜਿਤਨੀ ਵੱਡੀ ਮੰਜ਼ਿਲ 'ਤੇ ਪਹੁੰਚਣਾ ਹੈ, ਉਤਨੀ ਵੱਡੀ ਕੀਮਤ ਵੀ ਤਾਰਨੀ ਪੈਂਦੀ ਹੈ। ਔਖੇ ਖੋਣਾ ਹੀ ਪੈਂਦਾ ਹੈ। ਪਿਆਰਿਓ, ਜਿਹੜੇ ਲੋਕ ਔਖੀਆਂ ਚੀਜ਼ਾਂ ਨੂੰ ਵੇਖ ਕੇ ਛੱਡ ਜਾਂਦੇ ਨੇ, ਉਹ ਰਹਿੰਦੇ ਵੀ ਤਾਂ ਉੱਥੇ ਕਿਸੇ ਨੇ ਮਹਾਂਪੁਰਖਾਂ ਨੂੰ ਕੀਤੀ ਸੀ ਨਾ ਬੇਨਤੀ, ਭਈ ਵੇਖੋ ਕਿਤਨੇ ਲੋਕ ਨੇ ਜਿਹੜੇ ਕਿ ਜੀਵਨ ਦੀ ਬਾਜੀ ਔਖੇ ਕੰਮਾਂ ਨੂੰ ਉਹ ਖਾਤੀ ਨਹੀਂ ਪਾਉਂਦੇ। ਰੱਬ ਨੂੰ ਔਖੇ ਕੰਮ ਬਣਾਉਣੇ ਹੀ ਨਹੀਂ ਚਾਹੀਦੇ। ਇਹ ਰਸਤਾ ਸੌਖਾ ਹੀ ਚਾਹੀਦਾ ਸੀ। ਜਿਵੇਂ ਆਮ ਲੋਕ ਤੁਰਦੇ ਨੇ, ਉਧਰ ਤੁਰਨਾ ਬਹੁਤ ਸੌਖਾ ਹੈ। ਇਹ ਆਪਾਂ ਗੁਰਬਾਣੀ 'ਚੋਂ ਦਰਸ਼ਨ ਕਰਾਂਗੇ। ਉਹ ਕਹਿਣ ਲੱਗੇ ਜੀ ਸੌਖੇ ਪਾਸੇ ਤੁਰਦੇ ਅਤੇ ਜੀਵਨ ਦੀ ਬਾਜੀ ਵੀ ਉਹ ਹਾਰ ਕੇ ਜਾਂਦੇ ਨੇ। ਤਾਂ ਹੀ ਸ਼ਾਇਦ ਸਤਿਗੁਰੂ ਜੀ ਨੇ ਕਿਹਾ, ਇਸ ਰਾਹ 'ਤੇ ਸੂਰਮੇ ਬਹਾਦਰ
ਲੋਕ ਹੀ ਤੁਰ ਸਕਦੇ ਨੇ, ਕਾਇਰਾਂ ਦਾ ਰਸਤਾ ਨਹੀਂ ਸੱਚ ਦੇ ਰਾਹ 'ਤੇ ਤੁਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣਾ, ਇਹ ਤਾਂ ਲੱਖਾਂ ਲੋਕ ਕਹਿ ਰਹੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਪਾਇਆਂ ਪੂਰਨਿਆਂ 'ਤੇ ਚੱਲਣਾ ਕੋਈ ਕਰੋੜਾਂ ਵਿੱਚੋਂ ਇੱਕ ਆਦਖੀ ਨਿੱਤਰਦਾ ਤੇ ਚੱਲਦਾ। ਕਿਉਂ? ਸਤਿਗੁਰੂ ਜੀ ਜਿਹੜੇ ਉਪਦੇਸ਼ ਦਿੰਦੇ ਉਹ ਦੁਨੀਆ ਨਾਲ ਮਿਲਦੇ ਨੇ, ਉਹ ਦੁਨੀਆ ਤੋਂ ਉੱਚੇ ਨੇ, ਕਿਉਂਕਿ ਉੱਚੇ ਕੋਲ ਲੈ ਕੇ ਜਾਣਾ, ਦੁਨੀਆ ਦੀ ਸੋਚ ਤੋਂ ਉੱਚੀ ਸੋਚ ਸਤਿਗੁਰੂ ਦਿੰਦੇ, ਕਹਿੰਦੇ ਦਾ ਪੱਲਾ ਪਕੜੋ ਤੇ ਤੁਰੋ। ਤੁਸੀਂ ਦੁਨੀਆ ਨਾਲ ਨਾ ਤੁਰੋ, ਸਾਡੇ ਨਾਲ ਤੁਰੋ। ਭਗਤਾਂ ਕੀ ਚਾਲ ਨਿਰਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਸਤਿਗੁਰੂ ਜੀ ਦੱਸਦੇ। ਹੁਣ ਸਤਿਗੁਰੂ ਜੀ ਤਾਂ ਹੀ ਕਹਿੰਦੇ ਬਹਾਦਰ ਸੂਰਮੇ ਬਣੋ। ਬਚਨ ਹੁੰਦੇ ਨੇ, ਜਾਕੋ ਖਾ ਰੰਗ ਲਾਗੂ ਇਸ ਯੁੱਗ ਮੈਂ, ਸੋ ਕਹੀਏ ਖੈ ਸੂਰਾ। ਜੇ ਰੱਬ ਦਾ ਰੰਗ ਲਾਉਣਾ ਨਾ ਅੰਦਰ ਨੂੰ, ਤੇ ਫਿਰ ਸੂਰਮੇ ਬਣਨਾ ਪੈਣਾ। ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਕਾਇਰ ਨਹੀਂ ਉੱਠਣਗੇ, ਅੰਮ੍ਰਿਤ ਵੇਲੇ ਕੋਈ ਸੂਰਮੇ ਬਹਾਦਰ ਹੀ ਉੱਠਦੇ ਨੇ। ਬਹਾਦਰੀ ਦਾ ਕੰਮ ਹੈ, ਸਾਰੀ ਦੁਨੀਆ ਖਿੱਚੇਗੀ ਪਿਛਾਂ ਨੂੰ, ਤੇ ਅਸੀਂ ਸੱਚ ਦੇ ਰਾਹ 'ਤੇ ਅੱਗੇ ਨੂੰ ਤੁਰਨਾ। ਇਹਨੂੰ ਖੇਡ ਔਖੀ ਵੀ ਕਿਹਾ ਹੈ, ਇਹ ਬਿਖਮ ਮਾਰਗ ਵੀ ਇਸੇ ਨੂੰ ਕਿਹਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪਰ ਜਾਚਾਂ ਦੱਸਦੇ ਨੇ, ਕਹਿੰਦੇ ਕਿਵੇਂ? ਇੱਕ ਨਾ ਸਤਿਗੁਰਾਂ ਦਾ ਬਚਨ ਹੈ, ਕਹਿੰਦੇ ਕੁਚਲ ਕਠੋਰ ਕਪਟ ਕਾਮੀ। ਜਰਾ ਇਹਦੇ 'ਚੋਂ ਇਸ ਬਚਨ ਨੂੰ ਵਿਚਾਰ ਕੇ ਸਮਾਪਤੀ ਕਰਾਂਗੇ। ਇਹ ਗੁਣ ਕਿਵੇਂ ਅੰਦਰ ਆਉਣ ਵੀ ਅੰਦਰੋਂ ਭਲਾ ਹੀ ਨਿਕਲੇ ਸਭਨਾਂ ਦਾ। ਮੰਗੀਏ ਖਿਮਾ ਦਾ ਗੁਣ ਆਵੇ, ਨਿਮਰਤਾ ਆਵੇ, ਜ਼ੁਬਾਨ 'ਤੇ ਗੁਰਮੰਤਰ ਹੋਵੇ। ਇਹ ਕਿਵੇਂ? ਸਾਹਿਬ ਕਹਿੰਦੇ ਨੇ ਗੁਰਮੰਤਰ ਜਪ, ਸਤਿਗੁਰੂ ਵਾਲਾ ਬਣ, ਤੇ ਫਿਰ ਆਪਣੇ ਔਗਣਾਂ ਨੂੰ ਵੇਖ ਤੇ ਅਰਦਾਸ ਉਹ ਸਤਿਗੁਰੂ ਦੇ ਚਰਨਾਂ 'ਚ ਕਰ। ਕਹਿਣ ਲੱਗੇ ਕੁਚਲ ਕਠੋਰ ਜੀ, ਮੇਰੀ ਚਾਲ ਵੀ ਚੰਗੀ ਨਹੀਂ, ਅੰਦਰ ਪੱਥਰ ਵਰਗਾ ਕਠੋਰ ਹੋ ਗਿਆ। ਕਪਟ ਵੀ, ਬਾਹਰੋਂ ਮੈਂ ਲੋਕਾਂ ਦੇ ਸਾਹਮਣੇ ਕੁਝ ਹੋਰ ਹਾਂ, ਅੰਦਰ ਮੇਰੇ ਕੁਝ ਹੋਰ ਹੈ। ਕਾਮੀ ਹਮੇਸ਼ਾ ਦੁਨੀਆ ਦੀ ਇੱਛਾ ਅੰਦਰ ਨੇ। ਜੋ ਜਾਣੋ ਤਿਉ ਤਾਰ ਸੁਆਮੀ, ਜਿਵੇਂ ਵੀ ਜਾਣਦੇ ਹੋ ਨਾ ਮੈਨੂੰ ਤਾਰ ਲਵੋ। ਬੱਚੇ ਨੇ ਤੂੰ ਸਮਰੱਥ ਸਰਨਜੋਗ, ਤੂੰ ਰਾਖੈ ਆਪਣੀ ਕਲ ਧਾਰ। ਫੇ ਪਰਮਾਤਮਾ ਤੁਸੀਂ ਸਮਰੱਥ ਹੋ, ਮੈਂ ਤੁਹਾਡੀ ਸ਼ਰਨ ਆਇਆ ਵਾਂ, ਸਰਨਜੋਗ ਸੰਸਰਨੀ ਆਏ। ਮੈਨੂੰ ਪਤਾ ਹੈ ਤੁਹਾਡੀ ਸ਼ਰਨ ਵਿੱਚ ਹੀ ਬਚਣਾ ਹੈ, ਤੁਸੀਂ ਆਪਣੀ ਤਾਕਤ ਦੇਖ ਕੇ ਮੈਨੂੰ ਰੱਖ ਲਓ। ਮੇਰੀ ਤਾਕਤ ਤੇ ਇੰਨੀ ਸੀ ਜੋ ਮੈਂ ਜ਼ੋਰ ਲਾ ਚੁੱਕਾ ਵਾਂ। ਉਹ ਕਹਿੰਦੇ ਤੂੰ ਜਾਪ ਤਾਪ ਕਰਿਆ ਕਰ। ਕਹਿੰਦੇ ਜਾਪ ਤਾਪ ਨੇਮ ਸੁਚ ਸੰਜਮ, ਨਾ ਕਿ ਇਨ ਵਿਦੇ ਛੁਟਕਾਰ। ਜਿੰਨਾ ਮਰਜ਼ੀ ਬੰਦਾ ਜਾਪ ਤਾਪ ਵੀ ਕਰ ਲੈ, ਤਾਂ ਵੀ ਆ ਜਿਹੜੀਆਂ ਪੈੜੀਆਂ ਆਦਤਾਂ ਮਨ ਦੇ ਆਖੇ ਲੱਗਣਾ, ਔਗਣਾ ਤੋਂ ਬਚਿਆ ਨਹੀਂ ਜਾ ਸਕਦਾ। ਇਹਨਾਂ ਨਾਲ ਹੀ ਛੁੱਟਣਾ। ਕਿਵੇਂ ਛੁੱਟਾਂਗੇ? ਉਹ ਛੁੜਾਗੀ ਗਰਤ ਘੋਰ, ਅੰਧ ਤੇ ਕਾਢੋ ਪ੍ਰਭ ਨਾਨਕ ਨਦਰ ਨਿਖਾਰ। ਮੈਂ ਗਰਤ ਘੋਰ ਅੰਨੇ ਖੂਹ 'ਚ ਹਾਂ, ਇੱਥੋਂ ਤੁਹਾਡੀ ਨਜ਼ਰ ਸਵੱਲੀ ਮੈਨੂੰ ਬਾਹਰ ਕੱਢੇਗੀ। ਉਹਦੀ ਸਵੱਲੀ ਨਜ਼ਰ ਮੰਗਣੀ, ਉਹਦੇ ਵੱਲ ਅਰਦਾਸਾਂ ਕਰਨੀਆਂ। ਦਾਤਾ ਮੇਰੇ ਯਤਨ ਨਾਲ ਹੀ ਯਤਨ ਕਰਾਂਗਾ, ਪਰ ਯਤਨ ਕਾਮਯਾਬ ਤਾਂ ਹੋਣਾ ਜੇ ਤੁਹਾਡੀ ਸਵੱਲੀ ਨਿਗਾਹ ਪਵੇ, ਮੇਰਾ ਵਾਲੀ ਨਿਗਾਹ ਪੈ। ਸਦਾ ਹੀ ਉਹਦੀ ਮਿਹਰ ਮੰਗੀਏ। ਜਦੋਂ ਉਹ ਸਵੱਲੀ ਨਿਗਾਹ ਕਰੇ ਤੇ ਉਹ ਕੀ ਨਹੀਂ ਕਰ ਸਕਦਾ। ਉਹ ਕੱਚ ਤੋਂ ਕੰਚਨ ਬਣਾ ਦਿੰਦਾ, ਲੋਹੇ ਤੋਂ ਲਾਲ ਬਣਾ ਦਿੰਦਾ ਏ। ਉਹਦਾ ਸੁਭਾਅ ਏ ਪੱਥਰਾਂ ਨੂੰ ਪਾਰਸ ਬਣਾ ਦਿੰਦਾ, ਨਿੰਮ ਦਾ ਚੰਦਨ ਬਣਾ ਦਿੰਦਾ ਹੈ। ਇਹ ਮੂਰਖ ਬਿਰਤੀ ਨੂੰ ਦੂਰ ਕਰਕੇ ਉਹ ਸੱਚ ਦੀ ਬਿਰਤੀ ਬਣਾ ਕੇ ਸਾਕਤ ਤੋਂ ਸੰਤ ਬਣਾ ਦਿੰਦਾ ਹੈ। ਪਾਪੀਆਂ ਤੋਂ ਪੁੰਨੀ ਕੀ ਨਹੀਂ, ਉਹ ਜਿਹੜੇ ਇਸ ਧਰਤੀ 'ਤੇ ਰੁਲਣ ਵਾਲੀ ਜ਼ਿੰਦਗੀ ਸੀ ਉਹਦੇ 'ਚੋਂ ਕੱਢ ਕੇ ਦਰਗਾਹੀ ਬੇਗਮਪੁਰੇ ਦੀ ਉਹ ਸੈਰ ਕਰਾ ਦਿੰਦੇ ਨੇ। ਤੋ ਆਓ ਗੁਰੂ ਕੇ ਪਿਆਰਿਓ, ਰਲ ਮਿਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਉਪਦੇਸ਼ ਨੇ ਉਹਨਾਂ ਨੂੰ ਕਮਾਉਣ ਦਾ ਯਤਨ ਕਰੀਏ, ਫਿਰ ਹੀ ਸਾਡਾ ਲੋਕ ਪਰਲੋਕ ਸੁਖੇਲਾ ਹੋਏਗਾ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ